ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਮੈਂ ਰਵਨੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ। ਦਿੱਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਕਿਸਾਨ ਅੰਦੋਲਨ ਪਿਛਲੇ 2 ਮਹੀਨਿਆਂ ਤੋਂ ਭਖਦਾ ਮੁੱਦਾ ਬਣਿਆ ਹੋਇਆ ਹੈ, ਜਿਸ ਬਾਰੇ ਲਗਾਤਾਰ ਗੱਲਬਾਤ ਹੁੰਦੀ ਆ ਰਹੀ ਹੈ ਤੇ ਅੱਜ ਵੀ ਇਸੇ ਵਿਸ਼ੇ ਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਇਸ ਗੱਲਬਾਤ ਕਰਨਗੇ। ਸ਼ੁਕਰੀਆ ਰਮਨੀਤ ਸਰ, ਅੱਜ ਹੋ ਰਹੀ 11ਵੇਂ ਗੇੜ ਦੀ ਗੱਲਬਾਤ ਦੇ ਕੀ ਸਿੱਟੇ ਨਿਕਲਣ ਦੀ ਸੰਭਾਵਨਾ ਹੈ? ਅੱਜ ਅਸਲ 'ਚ ਇੱਕ ਉਮੀਦ ਜਿਹੜੀ 10ਵੇਂ ਗੇੜ ਦੀ ਗੱਲਬਾਤ ਦਾ ਪਰਸੋਂ ਹੋਈ ਸੀ, ਜਿਹਦੇ 'ਚ ਸਰਕਾਰ ਨੇ ਕਾਫੀ ਲੰਮੇ ਸਮੇਂ ਬਾਅਦ ਇੱਕ ਠੋਸ ਪ੍ਰਪੋਜ਼ਲ ਜਿਹੜੀ ਹੈ ਤਜਵੀਜ਼ ਰੱਖੀ ਸੀ ਉਹਨਾਂ ਦੇ ਸਾਹਮਣੇ ਕਿਸਾਨ ਆਗੂਆਂ ਦੇ। ਤਜਵੀਜ਼ ਦੇ ਵਿੱਚ ਇਹ ਰੱਖਿਆ ਗਿਆ ਸੀ ਕਿ ਅਸੀਂ 1.5 ਸਾਲ ਜਾਂ ਕਿਹਾ ਜਾ ਰਿਹਾ ਕਿ ਗੌਰਮੈਂਟ ਉਦੋਂ ਵੀ ਅੱਗੇ ਲਈ ਤਿਆਰੀ ਕਰ ਰਹੀ ਹੈ ਵੀ ਜੇ ਉਹਨਾਂ ਚਿਰ ਲਈ ਸੁਪਰੀਮ ਕੋਰਟ 'ਚ ਇੱਕ ਹਲਫੀਆ ਬਿਆਨ ਦੇ ਕੇ ਇਹਨਾਂ ਨੂੰ ਸਸਪੈਂਡ ਕਰ ਦਿੰਦੇ ਆ ਤੇ ਇੱਕ ਕਮੇਟੀ ਬਣੇਗੀ ਜਿਹੜੀ ਗੌਰਮੈਂਟ ਦੇ ਨੁਮਾਇੰਦੇ ਪਲੱਸ ਕਿਸਾਨਾਂ ਦੇ ਨੁਮਾਇੰਦੇ ਹੋਣਗੇ। ਉਹ ਕਮੇਟੀ ਜਦੋਂ ਰਿਪੋਰਟ ਜੋ ਵੀ ਰਿਪੋਰਟ ਦੇਗੀ ਫਿਰ ਉਹਦੇ ਹਿਸਾਬ ਨਾਲ ਜਾਂ ਉਹ ਵਾਪਸ ਲੈ ਲਏ ਜਾਣਗੇ, ਰਿਪੀਲ ਕਰਦੇ ਜਾਣਗੇ, ਜਾਂ ਜੋ ਸੋਧਾਂ ਹੋਣਗੀਆਂ ਉਹ ਇਹੋ ਜਿਹਾ ਇੱਕ ਪ੍ਰਪੋਜ਼ਲ ਤਜਵੀਜ਼ ਸੀ। ਤੇ ਉਸ ਸਮੇਂ ਕਿਸਾਨ ਆਗੂਆਂ ਨੇ ਇੱਕ ਟਾਈਮ ਲਿਆ ਕਿ ਅਸੀਂ ਗੱਲ ਕਰਾਂਗੇ ਆਪਣੀ ਮੀਟਿੰਗ ਦੇ ਵਿੱਚ ਜਾ ਕੇ ਬਾਕੀ ਸਾਰੀਆਂ ਜਥੇਬੰਦੀਆਂ, ਤੇ ਉਦੋਂ ਬਾਅਦ ਫਿਰ ਆਪਾਂ ਸੋਚਾਂਗੇ ਕੀ ਕਰਨਾ। ਔਰ ਕਿਸਾਨ ਜਥੇਬੰਦੀਆਂ ਨੇ ਕੱਲ੍ਹ ਪੂਰਾ ਦਿਨ ਦੌਰ ਮੀਟਿੰਗਾਂ ਦਾ ਚਲਾਇਆ। ਮੀਟਿੰਗਾਂ ਦੇ ਵਿੱਚ ਫਾਈਨਲੀ ਇਹ ਆਇਆ ਕਿ ਨਹੀਂ, ਸਾਨੂੰ 2 ਸਾਲਾਂ ਬਾਅਦ ਵੀ ਜੇ ਫੇਰ ਲਾਗੂ ਹੋਣਾ ਹੈ, ਜਿਵੇਂ ਸੁਪਰੀਮ ਕੋਰਟ ਨੇ ਪਹਿਲਾਂ ਕਹਿਤਾ ਸੀ ਵੀ ਫਿਲਹਾਲ ਇਹਦੇ ਤੇ ਰੋਕ ਲਾਈ ਜਾਂਦੀ ਹੈ, ਰੋਕ ਕਦੇ ਵੀ ਹਟਾ ਸਕਦੇ ਹੋ ਤੁਸੀਂ। ਉਦੋਂ ਬਾਅਦ ਅਸੀਂ ਬਾਰ-ਬਾਰ ਲੋਕ ਇਕੱਠੇ ਕਿਵੇਂ ਕਰਾਂਗੇ, ਬਾਰ-ਬਾਰ ਲੋਕ ਅੰਦੋਲਨ 'ਚ ਆਉਣਾ ਬੜਾ ਮੁਸ਼ਕਲ ਕੰਮ ਹੈ। ਲੋਕ ਤਾਂ ਇਸ ਲਈ ਖੜੇ ਨੇ ਕਿ ਜੇਕਰ ਇਹ ਕਾਨੂੰਨ ਗਲਤ ਨੇ ਤਾਂ ਇਹ ਕਾਨੂੰਨ ਵਾਪਸ ਲਏ ਜਾਣੇ ਚਾਹੀਦੇ ਨੇ। ਔਰ ਇਸੇ ਤਰੀਕੇ ਦੇ ਨਾਲ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਦੀ ਇੱਕ ਮੇਨ ਮੰਗ ਹੈ ਕਿ ਉਹਦੇ ਤੇ ਕਾਨੂੰਨ ਬਣਾਇਆ ਜਾਏ, ਕਾਨੂੰਨ ਦੇ ਰੂਪ ਦੇ ਵਿੱਚ ਪ੍ਰਵਾਨ ਕੀਤਾ ਜਾਏ। ਉਹਨੂੰ ਵੀ ਜਿੰਨਾ ਚਿਰ ਨਹੀਂ ਮੰਨਿਆ ਜਾਂਦਾ ਉਨਾ ਚਿਰ ਇਹ ਅੰਦੋਲਨ ਜਾਰੀ ਰਹੇਗਾ। ਤਾਂ ਉਸ ਸੰਦਰਭ 'ਚ ਅੱਜ ਦੀ ਮੀਟਿੰਗ ਹੋ ਰਹੀ ਸੀ। ਇਹ ਮੀਟਿੰਗ 12 ਵਜੇ ਸੀ। ਪਹਿਲਾਂ ਤਾਂ ਸ਼ੁਰੂ ਹੀ 12:50 ਤੇ ਹੋਈ, ਮੰਤਰੀ 12:50 ਤੇ ਆਏ। ਉਦੋਂ ਬਾਅਦ 15 ਮਿੰਟ ਬਸ ਗੱਲ ਹੋਈ ਹੈ। 15 ਮਿੰਟ 'ਚ ਵੀ 2 ਗੱਲਾਂ ਘਟਨਾਵਾਂ ਹੋਰ ਵਾਪਰ ਗਈਆਂ। ਇੱਕ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ, ਉਹ ਆਪਣੀ ਗੱਡੀ 'ਚ ਆ ਰਹੇ ਸੀ। ਦਿੱਲੀ ਪੁਲਿਸ ਨੇ ਕਿਹਾ ਜਾਂਦਾ, ਉਹਨਾਂ ਦਾ ਇਲਜ਼ਾਮ ਹੈ ਕਿ ਉਹਦੇ ਇੱਕ ਗੱਡੀ ਦੇ ਸੀਸੇ ਤੋੜੇ, ਮਤਲਬ ਉਹਦੇ ਨਾਲ ਬਦਤਮੀਜ਼ੀ ਕੀਤੀ। ਪਹਿਲਾ ਏਜੰਡਾ ਇਹ ਰਿਹਾ ਮੀਟਿੰਗ ਦੇ ਵਿੱਚ ਵੀ ਤੁਸੀਂ ਇਹ ਕੀ ਕਰ ਰਹੇ ਹੋ। ਇਦੋਂ ਪਹਿਲਾਂ ਵੀ ਕਈ ਵਾਰ ਪੁਲਿਸ ਉਹ ਕਰ ਚੁੱਕੀ ਹੈ। ਤੇ ਇਹਦੇ ਨਾਲ ਹੀ ਉਹਨਾਂ ਨੇ ਦੂਜੀ ਗੱਲ ਆਪਣੀ ਇਹ ਦੱਸਤੀ ਕਿ ਸਾਡੀਆਂ ਜਥੇਬੰਦੀਆਂ ਦਾ ਫੈਸਲਾ ਹੈ ਕਿ ਇਹ ਵਿਡਰਾ ਹੋਣਗੇ। ਤਾਂ ਇੱਕ ਗੱਲ ਉੱਥੇ ਅੰਦਰ ਇਹ ਜ਼ਰੂਰ ਚੱਲੀ ਕਿ ਜਿਹੜਾ ਖੇਤੀ ਮੰਤਰੀ ਨੇ ਇਹ ਕਿਹਾ ਕਿ ਜਿਹੜੀ ਆਪਣੀ ਅੰਦਰੂਨੀ ਗੱਲ ਹੈ ਇਹ ਤੁਸੀਂ ਮੀਡੀਆ ਨੂੰ ਕਿਉਂ ਦੱਸੀ, ਸਾਨੂੰ ਆ ਕੇ ਦੱਸ ਦਿੰਦੇ ਪਹਿਲਾਂ, ਕਿਉਂਕਿ ਅਜੇ ਇੱਕ ਪ੍ਰਪੋਜ਼ਲ ਹੈ, ਜੇ ਤਜਵੀਜ਼ ਹੈ, ਜੇ ਉਹ ਤੇ ਡਿਸਕਸ਼ਨ ਹੋਣ ਤੋਂ ਬਾਅਦ ਬਸ ਗੱਲ ਖਿੰਡ ਗਈ। ਉਦੋਂ ਬਾਅਦ ਮੰਤਰੀ ਆਪਣੇ ਕਮਰੇ 'ਚ ਚਲੇ ਗਏ, ਕਿਸਾਨਾਂ ਨੂੰ ਕਹਿ ਗਏ ਕਿ ਤੁਸੀਂ ਅਜੇ ਹੋਰ ਸੋਚ ਲਓ। ਉਹ ਸੋਚਣ ਲਈ 2-3 ਚੀਜ਼ਾਂ ਇਹ ਕਹਿ ਕੇ ਗਏ ਨੇ ਵੀ ਇਹ ਸੋਚ ਲਓ, ਜੇ ਤੁਹਾਨੂੰ 1.5 ਸਾਲ ਠੀਕ ਨਹੀਂ ਲੱਗਦਾ, ਸਾਲ ਵਧਾ ਦਿੰਦੇ ਆ, ਹੋਰ ਲੰਮਾ ਸਮਾਂ ਕਰ ਦਿੰਦੇ ਆ, ਇੰਨੇ ਵੋਟਾਂ ਆ ਜਾਣਗੀਆਂ ਕਿ ਕਿਹੜੀ ਸਰਕਾਰ ਬਣਦੀ ਹੈ ਕਿਹੜੀ ਆ ਨਹੀਂ ਹੈ ਪਤਾ, ਉਸ ਲੈਵਲ 'ਤੇ ਨਹੀਂ ਗੱਲ ਹੈ। ਕੁਝ ਹੋਰ ਮੰਗਾਂ ਤੁਸੀਂ ਨਾਲ ਜੋੜਨਾ ਚਾਹੁੰਦੇ ਹੋ, ਜਿਵੇਂ ਮੰਗਾਂ ਪਹਿਲਾਂ ਜੋੜੀਆਂ, ਉਹਨਾਂ ਮੰਗਾਂ ਦੇ ਵਿੱਚ ਇਹ ਸੀ ਵੀ ਜਿਹੜੇ ਖੁਦਕੁਸ਼ੀ ਕਰਕੇ ਕਿਸਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੇ ਸਵਾਲ ਨੇ, ਜਾਂ ਬਾਕੀ ਦੀਆਂ ਕੁਝ ਗੱਲਾਂ ਜੋੜ ਸਕਦੇ ਹੋ ਤੇ ਇਹਦੇ ਤੇ ਕਰ ਲਓ ਤੇ ਵਾਪਸੀ ਤੇ ਨਾ ਆੜੋ। ਪਰ ਕਿਸਾਨ ਆਗੂਆਂ ਨੇ ਕਿਹਾ ਕਿ ਨਹੀਂ, ਅਸੀਂ ਵਾਪਸੀ ਤੇ ਉੱਥੇ ਲੰਗਰ ਛਕ ਰਹੇ 3 ਮਹੀਨੇ ਤੋਂ 3 ਘੰਟੇ ਤੋਂ ਹੁਣ ਉਦੋਂ ਬਾਅਦ ਕੋਈ ਗੱਲ ਨਹੀਂ ਹੋ ਰਹੀ, ਅਜੇ ਤੱਕ ਗੱਲ ਸ਼ੁਰੂ ਨਹੀਂ ਹੋਈ। 3 ਘੰਟਿਆਂ ਤੋਂ ਆਪੋ ਆਪਣੇ ਕਮਰਿਆਂ ਦੇ ਵਿੱਚ ਬੈਠੇ ਹੋਏ ਨੇ, ਜਿਹਦੇ 'ਚੋਂ ਲੱਗਦਾ ਇਹ ਹੈ ਅਜੇ ਵੀ ਜੇਕਰ ਜਿਹੜਾ ਪੂਰੇ ਦਾ ਪੂਰਾ ਹੁਣ ਤੱਕ ਦਾ ਵਿਵਹਾਰ ਰਿਹਾ ਪਿਛਲੇ ਮਹੀਨਿਆਂ ਦਾ, ਪਹਿਲਾਂ ਤਾਂ ਸਰਕਾਰ ਖੈਰ ਇਹੀ ਨਹੀਂ ਮੰਨਣ ਲਈ ਤਿਆਰ ਸੀ ਕਿ ਇਹ ਵਾਪਸ ਹੋ ਹੀ ਨਹੀਂ ਸਕਦੇ। ਪਹਿਲਾਂ ਹੁਣ ਇਹ ਮੰਨਣ ਲਈ ਤਿਆਰ ਹੋਈ ਕਿ ਸਸਪੈਂਡ ਕਰ ਦਿੰਦੇ ਆ, ਜੇ ਕਮੇਟੀ ਕਹੂਗੀ ਤਾਂ ਵਾਪਸ ਵੀ ਲੈ ਲਾਂਗੇ। ਇੱਕ ਤਰੀਕੇ ਦਾ ਇਹਦੇ 'ਚ ਅਲੱਗ-ਅਲੱਗ ਵਿਊ ਆਏ ਨੇ, ਅਲੱਗ-ਅਲੱਗ ਵਿਚਾਰ ਆਏ ਨੇ। ਕੁਝ ਲੋਕਾਂ ਦਾ ਇਹ ਵੀ ਸੋਚਣਾ ਹੈ ਕਿ ਸਰਕਾਰ ਜੇਕਰ 2-3 ਮਹੀਨੇ ਬਾਅਦ 2-3 ਸਾਲ ਤੱਕ ਇਹਨੂੰ ਲਟਕਾ ਕੇ ਰੱਖਣਾ ਚਾਹੁੰਦੀ ਹੈ, ਸ਼ਾਇਦ ਉਹ ਫੇਸ ਸੇਵਿੰਗ ਚਾਹੁੰਦੀ ਹੈ ਵੀ ਸਾਨੂੰ ਲੰਘ ਜਾਣ, ਸਾਡੀ ਬੇਇੱਜ਼ਤੀ ਇੰਨੀ ਨਹੀਂ ਹੁੰਦੀ ਕਿ ਅਸੀਂ ਵਾਪਸ ਲੈ ਰਹੇ ਹਾਂ। ਫਿਰ ਵਾਪਸ ਹੋ ਹੀ ਜਾਣਾ ਜਦੋਂ ਪਾਰਲੀਮੈਂਟ ਦੀ ਅਗਲੀ ਇਲੈਕਸ਼ਨ ਆਏਗੀ। ਕੋਈ ਸਰਕਾਰ ਕੋਈ ਪਾਰਟੀ ਅਫੋਰਡ ਨਹੀਂ ਕਰ ਸਕਦੀ ਕਿ ਉਸ ਤੋਂ ਬਾਅਦ ਵੀ ਕਿਸਾਨਾਂ ਨੂੰ ਕਹੇ ਕਿ ਜੀ ਅਸੀਂ ਤਾਂ ਇਹੀ ਲਾਗੂ ਕਰਾਂਗੇ, ਫਿਰ ਵੀ ਵੋਟਾਂ ਲੈਣੀਆਂ ਨੇ। ਕੁਝ ਇਹ ਵੀ ਇੱਕ ਦਲੀਲ ਸੀ। ਪਰ ਉਦੋਂ ਬਾਅਦ ਜਿਹੜੀਆਂ ਜਥੇਬੰਦੀਆਂ ਦੀਆਂ ਜਾਂ ਲੋਕਾਂ ਦਾ ਇੱਕ ਸੈਂਟੀਮੈਂਟ ਹੈ ਦੇਸ਼ ਭਰ ਦੇ ਵਿੱਚੋਂ, ਉਹ ਲੋਕ ਇਹ ਕਹਿੰਦੇ ਨੇ ਕਿ ਹੁਣ ਅਸੀਂ ਨਹੀਂ ਇਹ ਤੋਂ ਘੱਟ ਜਾ ਸਕਦੇ, ਸਾਡੀ ਇਹ ਪ੍ਰਤਿੱਗਿਆ ਹੈ। ਤੇ ਜੇ 2 ਸਾਲ ਨੂੰ ਦੁਬਾਰਾ ਫਿਰ ਇਹੀ ਕੰਮ ਬਾਰ-ਬਾਰ ਕਰਨਾ ਪਿਆ, ਉਹਦਾ ਕੋਈ ਫਾਇਦਾ ਨਹੀਂ ਹੈ। ਅੱਜ ਹੀ ਜ਼ੋਰ ਲਾਓ ਤੇ ਅੱਜ ਹੀ ਸਰਕਾਰ ਨੂੰ ਕਹੋ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੀ ਵਿਲ, ਲੋਕਾਂ ਦੀ ਇੱਛਾ ਮੰਨੀ ਜਾਂਦੀ ਹੁੰਦੀ ਹੈ। ਸਰਕਾਰ ਨੂੰ ਜਿੱਦ ਨਹੀਂ ਕਰਨੀ ਚਾਹੀਦੀ, ਹਉਮੈ 'ਚ ਨਹੀਂ ਆਉਣਾ ਚਾਹੀਦਾ। ਜੇ ਉਹਨਾਂ ਨੂੰ ਲੱਗਦਾ ਕਿ ਗਲਤ ਹੈ, ਇਦੋਂ ਵੀ 2 ਗੱਲਾਂ ਹੋਰ ਬੜੀਆਂ ਮਹੱਤਵਪੂਰਨ ਨੇ। ਇੱਕ ਇਹ ਹੈ ਕਿ ਜਦੋਂ ਇਹ ਕਿਹਾ ਗਿਆ ਕਿ ਇਹ ਗੈਰ ਸੰਵਿਧਾਨਕ ਨੇ ਕਾਨੂੰਨ, ਕੇਂਦਰ ਦੀ ਸਰਕਾਰ ਨੂੰ ਇਹ 'ਤੇ ਕਾਨੂੰਨ ਬਣਾਉਣ ਦਾ ਹੱਕ ਹੀ ਹੈ ਨਹੀਂ, ਤਾਂ ਫਿਰ ਅੱਜ ਵੀ ਉਹ ਗੈਰ ਸੰਵਿਧਾਨਕ ਹੈ ਤੇ 2 ਸਾਲ ਨੂੰ ਵੀ ਗੈਰ ਸੰਵਿਧਾਨਕ ਹੈ।
ਉਹ ਤਾਂ ਉਹੋ ਜਿਹਾ ਹੀ ਰਹੂਗਾ। ਤੇ ਤੀਜੀ ਗੱਲ ਉਹ ਕਹਿੰਦੇ ਨੇ ਕਿ ਕਾਰਪੋਰੇਟ ਦਾ ਇਹਦੇ 'ਚ ਦਖਲ ਹੋ ਜਾਊਗਾ ਸਾਡੀ ਖੇਤੀ 'ਚ, ਉਹ ਵੀ ਗੱਲ ਅੰਡਰਸਟੂਡ ਹੈ। ਮਤਲਬ ਦਲੀਲਾਂ ਤਾਂ ਸਾਰੀਆਂ ਆ ਚੁੱਕੀਆਂ ਨੇ ਹੁਣ ਬੜੇ ਲੰਮੇ ਸਮੇਂ ਤੋਂ ਬਾਅਦ। ਹੁਣ ਤਾਂ ਕੇਵਲ ਇੰਨਾ ਕੀ ਸੋਚਣਾ ਹੈ ਕਿ ਭਵਿੱਖ ਦੇ ਵਿੱਚ ਸਰਕਾਰ ਨੂੰ ਕੀ ਲੱਗਦਾ ਕਿ ਇੱਥੇ ਸ਼ਾਂਤੀ ਬਣਾਈ ਰੱਖਣੀ ਕਿਵੇਂ ਜ਼ਰੂਰੀ ਹੈ, ਸਰਕਾਰ ਨੂੰ ਕੀ ਲੱਗਦਾ ਕਿ ਦੇਸ਼ ਦੇ ਵਿੱਚ ਸਿਆਸੀ ਤੌਰ ਤੇ ਵੀ ਸਰਕਾਰ ਨੂੰ ਨੁਕਸਾਨ ਹੋ ਸਕਦਾ ਹੈ, ਜਾਂ ਕਿਸਾਨਾਂ ਨੂੰ ਕੀ ਲੱਗਦਾ ਕਿ ਉਹ ਕਿੰਨਾ ਦਮਖਮ ਰੱਖ ਕੇ ਲੜ ਸਕਦੇ ਨੇ। ਹੁਣ ਤਾਕਤਾਂ ਦੇ ਤਵਾਜ਼ਨ 'ਚ ਗੱਲ ਰਹਿ ਗਈ ਹੈ, ਹੋਰ ਇਦੋਂ ਵੱਡੀ ਗੱਲ ਨਹੀਂ ਹੈ। ਇਹ ਮੀਟਿੰਗ ਵੀ ਇਮੀਡੀਏਟਲੀ ਤੁਰੰਤ ਕੋਈ ਸਿੱਟਾ ਨਿਕਲਦਾ ਹਜੇ ਨਜ਼ਰ ਨਹੀਂ ਆ ਰਿਹਾ। ਸਵਾਲ ਇਹ ਵੀ ਹੈ ਕਿ 26 ਜਨਵਰੀ ਨੇੜੇ ਆ ਰਹੀ ਹੈ ਤੇ ਪੁਲਿਸ ਨੇ ਕਿਸਾਨਾਂ ਨੂੰ ਟਰੈਕਟਰ ਮਾਰਚ ਦੀ ਆਗਿਆ ਨਹੀਂ ਦਿੱਤੀ, ਤਾਂ ਫਿਰ ਕੀ ਕਿਸਾਨਾਂ ਤੇ ਸੁਰੱਖਿਆ ਅਮਲੇ ਵਿੱਚ ਟਕਰਾਅ ਹੋ ਸਕਦਾ ਹੈ, ਜਾਂ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਇਜਾਜ਼ਤ ਦੇ ਦੇਵੇਗੀ, ਜਾਂ ਫਿਰ ਕਿਸਾਨ ਇਸ ਤੋਂ ਪੈਰ ਪਿਛਾਂ ਖਿੱਚ ਲੈਣਗੇ? ਉਹਦੇ 'ਚ ਮੈਨੂੰ ਇਹ ਲੱਗਦਾ ਕਿ ਜਿਹੜੀ ਕੱਲ੍ਹ ਵਾਲੀ ਤਜਵੀਜ਼ ਸੀ ਸ਼ਾਇਦ ਇਸੇ ਲਈ ਤਜਵੀਜ਼ ਦਿੱਤੀ ਹੋਵੇ ਵੀ ਜੇ ਤੇ ਸਹਿਮਤੀ ਹੋ ਜਾਂਦੀ ਆ ਅੱਜ ਵਾਲੀ ਮੀਟਿੰਗ ਦੇ ਵਿੱਚ ਤਾਂ ਫਿਰ 26 ਜਨਵਰੀ ਨੂੰ ਮਤਲਬ ਗੱਲ ਆਪਣੇ ਆਪ ਇਹ ਜਦੋਂ ਸਮਝੌਤਾ ਹੋ ਜਾਂਦਾ ਤਾਂ ਸਮਝੌਤੇ 'ਚ ਤਾਂ ਫਿਰ ਫੈਸਲਾ ਇਹ ਹੋ ਜਾਂਦਾ ਕਿ ਜਿਹੜਾ ਤੁਸੀਂ ਐਕਸ਼ਨ ਲਿਆ ਉਹ ਵਾਪਸ ਲੈ ਲਓ ਤੇ ਸਾਡੇ ਵਾਲੇ ਐਕਸ਼ਨ ਵੀ ਜਿਹੜੇ ਵਾਪਸ ਹੋ ਜਾਂਦੇ ਨੇ। ਪਰ ਜਦੋਂ ਇਹ ਨਹੀਂ ਹੋ ਰਿਹਾ, ਇੱਕ ਬੜਾ ਪੁਰਾਣਾ ਹੀ ਕਾਫੀ ਦੇਰ ਹੋ ਗਈ ਹੈ ਜਿਹੜਾ ਇਹ ਐਕਸ਼ਨ ਇੱਕ ਲਿਖਿਆ ਹੋਇਆ ਕਿਸਾਨਾਂ ਨੇ ਕਿ ਅਸੀਂ ਗਣਤੰਤਰਤਾ ਦਿਵਸ ਦੇ ਉੱਤੇ ਅਸੀਂ ਟਰੈਕਟਰ ਪਰੇਡ ਕਰਾਂਗੇ। ਇਦੋਂ ਪਹਿਲਾਂ ਵੀ ਉਹ ਇੱਕ ਟ੍ਰਾਇਲ ਦੇ ਤੌਰ ਤੇ ਬਾਹਰਲੀ ਸੜਕ ਦੇ ਉੱਤੇ ਟ੍ਰਾਇਲ ਕਰ ਚੁੱਕੇ ਨੇ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਦੇਸ਼ ਸਾਡਾ ਵੀ ਹੈ, ਸਾਨੂੰ ਵੀ ਇਹਦੇ ਸਨਮਾਨ ਦਾ ਚਿੰਤਾ ਉਸ ਲੈਵਲ ਦੀ ਹੈ। ਅਸੀਂ ਤੁਹਾਡਾ ਜਿਹੜਾ ਰਾਜਘਾਟ ਵਾਲੀ ਉਹ ਹੈ ਰਾਜਪਥ ਤੇ ਜਿੱਥੇ ਜਿੱਥੇ ਤੁਸੀਂ ਕਰਦੇ ਹੋ ਲਾਲ ਕਿਲੇ ਦੇ ਆਲੇ ਦੁਆਲੇ ਉਧਰ ਨਹੀਂ ਆਵਾਂਗੇ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜਿਹੜੀ ਦਿੱਲੀ ਦੀ ਅੰਦਰਲੀ ਰਿੰਗ ਰੋਡ ਹੈ ਉਹਦੇ ਤੇ ਇਜਾਜ਼ਤ ਦੇ ਦਿੱਤੀ ਜਾਵੇ, ਉਹ ਰਿੰਗ ਰੋਡ ਤੋਂ ਦੀ ਟਰੈਕਟਰਾਂ ਦੀ ਇੱਕ ਪਰੇਡ ਕਰਕੇ ਅਸੀਂ ਵਾਪਸ ਆ ਜਾਂਗੇ। ਪਰ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ, ਮਤਲਬ ਦਿੱਲੀ ਪੁਲਿਸ ਨੂੰ ਵੀ ਜ਼ਿਆਦਾਤਰ ਇਹ ਲੱਗ ਰਿਹਾ, ਇਸ ਲਈ ਉਹ ਅਦਾਲਤ 'ਚ ਵੀ ਗਈ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਨੇ ਕੱਲ੍ਹ ਹੀ ਜੱਜਮੈਂਟ ਦਿੱਤੀ ਆਪਣੀ ਕਿ ਇਹ ਮਾਮਲਾ ਤੁਹਾਡਾ ਹੈ, ਸਾਰੇ ਮਾਮਲੇ ਸਾਡੇ ਕੋਲ ਕਿਉਂ ਲੈ ਆਉਂਦੇ ਹੋ। ਦਿੱਲੀ ਦੀ ਪੁਲਿਸ ਨੇ ਦੇਖਣਾ ਕਿ ਉਹ ਕਿਵੇਂ ਪ੍ਰਬੰਧ ਕਰ ਸਕਦੀ ਹੈ, ਕਿਵੇਂ ਮੈਨੇਜ ਕਰ ਸਕਦੀ ਹੈ, ਕਿਵੇਂ ਨਹੀਂ ਕਰ ਸਕਦੀ। ਔਰ ਉਹਨਾਂ ਨੂੰ ਇਹ ਲੱਗਦਾ ਕਿ ਉਹ ਕਹਿੰਦੇ ਵੀ ਨਹੀਂ, ਜਾਂ ਤਾਂ ਗਿਣਤੀ ਦੇ ਕੁਝ ਟਰੈਕਟਰ ਲਿਆਓ ਥੋੜ੍ਹੇ ਜਿਹੇ, ਜਿਹੜੇ ਕੁਝ ਇੱਧਰ ਉੱਧਰ ਕਰ ਲਓ, ਜਾਂ ਆਪਣੇ ਉੱਧਰ ਹੀ ਕਰ ਲਓ ਜਿੱਧਰਲੇ ਪਾਸੇ ਤੁਸੀਂ ਬੈਠੇ ਹੋਏ ਹੋ, ਹਰਿਆਣੇ 'ਚ ਜਾਂ ਉੱਧਰ ਵੱਖ-ਵੱਖ ਥਾਵਾਂ 'ਤੇ, ਰਾਜਸਥਾਨ ਸਾਈਡ ਜਾਂ ਵੱਡੇ। ਕਿਸਾਨ ਹੁਣ ਜਿਸ ਤਰੀਕੇ ਦੇ ਨਾਲ ਤਿਆਰੀ ਕਰ ਰਿਹਾ ਹੈ, ਪੰਜਾਬ ਦੇ ਸ਼ਹਿਰਾਂ 'ਚ ਤਿਆਰੀ ਹੋ ਰਹੀ ਹੈ, ਪਹਿਲਾਂ ਹਰਿਆਣੇ ਦੇ ਸ਼ਹਿਰਾਂ 'ਚ ਹੋ ਰਹੀ ਹੈ, ਲੱਖਾਂ ਟਰੈਕਟਰ ਉੱਥੇ ਜਾਣ ਦੀ ਸੰਭਾਵਨਾ ਹੈ। ਕੱਲ੍ਹ ਤੋਂ ਜਾਣੇ ਸ਼ੁਰੂ ਹੋ ਗਏ ਨੇ, ਮਤਲਬ 26 ਤੋਂ ਪਹਿਲਾਂ ਜਾਣੇ ਸ਼ੁਰੂ ਹੋ ਗਏ ਨੇ। ਲੱਖਾਂ ਟਰੈਕਟਰ ਜਾਏਗਾ ਤੇ ਉਸ ਲੈਵਲ 'ਤੇ ਕਿਸਾਨਾਂ ਦਾ ਇੱਕ ਕਹਿਣਾ ਜ਼ਰੂਰ ਹੈ ਕਿ ਇਹ ਦੇਸ਼ ਦੇ ਵਿੱਚ ਗਣਤੰਤਰਤਾ ਦਿਵਸ ਮਨਾਉਣ ਦਾ ਕਾਨੂੰਨੀ ਹੱਕ ਹਰ ਨਾਗਰਿਕ ਨੂੰ ਹੈ। ਸਗੋਂ ਗਣਤੰਤਰਤਾ ਦਿਵਸ ਤੇ ਮੁਲਾਜ਼ਮਾਂ ਨੂੰ ਛੁੱਟੀਆਂ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਉਹਨਾਂ ਫੰਕਸ਼ਨਾਂ 'ਚ ਆਓ, ਬਲਕਿ ਦੂਰ ਗੱਲ। ਅਗਲੀ ਗੱਲ ਇਹ ਹੈ ਵੀ ਜਿਹੜਾ ਤੁਹਾਨੂੰ ਚਿੰਤਾ ਹੈ ਕਿ ਇਹਦੇ ਤੇ ਟਕਰਾਅ ਨਾ ਹੋ ਜਾਏ। ਹੁਣ ਤੱਕ ਦਾ ਇਹ ਅੰਦੋਲਨ ਇਹ ਸਾਬਤ ਕਰਦਾ, 2 ਮਹੀਨੇ ਲਗਭਗ ਦਿੱਲੀ ਦੇ ਨੇੜੇ ਬੈਠਿਆਂ ਨੂੰ ਹੋ ਗਏ ਤੇ ਇਦੋਂ ਪਹਿਲਾਂ 2 ਮਹੀਨੇ ਇੱਥੇ ਸੜਕਾਂ ਤੇ, ਉੱਥੇ ਕਿਸੇ ਦੇ ਝਰੀਟ ਵੀ ਨਹੀਂ ਵੱਜੀ। ਇਹ ਸ਼ਾਂਤਮਈ ਅੰਦੋਲਨ ਪਹਿਲਾਂ ਇਹ ਆਪਣੇ ਆਪ ਨੂੰ ਸਾਬਤ ਕਰਕੇ ਆਏ ਤਾਂ ਨਹੀਂ ਵੀ ਅਸੀਂ ਅੱਜ ਹੀ ਕਹਿਤਾ ਤੇ ਕੱਲ੍ਹ ਤੁਸੀਂ ਕੰਟਰੋਲ 'ਚ ਹੋ ਜਾਓਗੇ। ਸਾਡੀ ਜ਼ਿੰਮੇਵਾਰੀ ਹੈ ਇਹਨੂੰ ਸ਼ਾਂਤਮਈ ਰੱਖਣਾ, ਬਸ਼ਰਤੇ ਕੋਈ ਉਧਰਲੀ ਸਾਈਡ ਤੋਂ ਅੰਦਰੋਂ ਸ਼ਰਾਰਤ ਨਾ ਹੋਵੇ। ਮਤਲਬ ਉਹਨਾਂ ਦਾ ਕਹਿਣਾ ਕਿ ਪੁਲਿਸ ਦੀ ਜ਼ਿੰਮੇਵਾਰੀ ਇਹ ਹੈ ਕਿ ਪੁਲਿਸ ਇਹ ਜ਼ਿੰਮੇਵਾਰੀ ਲੈ ਲੇ ਕਿ ਬਾਕੀ ਦਾ ਜੋ ਮਰਜ਼ੀ ਕਰਨਾ ਕਰੇ, ਬਾਹਰੋਂ ਕੋਈ ਦਖਲ ਨਾ ਸਾਡੇ 'ਚ ਦੇਵੇ, ਸਾਡੇ ਵਾਲੇ ਪਾਸੇ ਦੀ ਸ਼ਾਂਤੀ ਸਾਡੀ ਜ਼ਿੰਮੇਵਾਰੀ ਹੈ। ਹੁਣ ਪੁਲਿਸ ਇਹ ਇਜਾਜ਼ਤ ਇਸ ਕਰਕੇ ਦੇ ਨਹੀਂ ਰਹੀ ਲਗਾਤਾਰ ਕਿ ਦਿੱਲੀ ਦੇ ਵਿੱਚ ਜੇ ਕਰਾਉਂਦਾ, ਦਿੱਲੀ ਦੇ ਕਿੰਨੇ ਲੋਕ ਕਿਸਾਨ ਪਰੇਡ ਨੂੰ, ਇੱਕ ਗੱਲ ਜ਼ਰੂਰ ਹੈ, ਇੱਕ ਪਰੇਡ ਇੱਧਰ ਹੋ ਰਹੀ ਉਹ ਵੀ ਕਿ ਕਿਸਾਨ ਪਰੇਡ ਸ਼ਾਇਦ ਖਿੱਚਦਾ ਜ਼ਿਆਦਾ ਕੇਂਦਰ ਬਣ ਜੇ। ਤੇ ਇਹ ਵੀ ਇੱਕ ਸਰਕਾਰ ਨੂੰ ਨਜ਼ਰ ਆਉਂਦਾ ਨਾ ਕਿ ਲੋਕ ਨਵੀਂ ਪਰੇਡ ਦੇਖਣਾ ਚਾਹਣਗੇ ਜਿਹੜੇ ਇੰਨਾ ਚਿਰ ਤੋਂ 70-72 ਸਾਲਾਂ ਤੋਂ ਦੇਖ ਰਹੇ ਨੇ ਇਹਦੀ ਬਜਾਏ। ਤੇ ਜੇ ਉਹ ਖਿੱਚਦਾ ਜ਼ਿਆਦਾ ਕੇਂਦਰ ਬਣਦਾ ਹੈ ਤਾਂ ਇੰਟਰਨੈਸ਼ਨਲੀ ਇਹ ਗੱਲ, ਨੈਸ਼ਨਲ ਪੱਧਰ ਤੇ ਵੀ ਇਹ ਗੱਲ, ਜਿਵੇਂ ਬਾਕੀ ਸੂਬਿਆਂ 'ਚ ਅਜੇ ਚਾਹੇ ਪੂਰਾ ਵੀ ਨਹੀਂ ਪਤਾ, ਜਿਹੜਾ ਮੀਡੀਆ ਨਹੀਂ ਵੀ ਦਿਖਾ ਰਿਹਾ, ਤਾਂ ਕਿਸਾਨ ਪਰੇਡ ਦਾ ਜਿਹੜਾ ਇਹ ਚੀਜ਼ ਹੈ ਇਹ ਪੂਰੇ ਲੰਮੇ ਮਤਲਬ ਇਹਦਾ ਦਾਇਰਾ ਬਹੁਤ ਵਿਸਾਰ ਹੋ ਸਕਦਾ ਹੈ, ਇਹਦੀ ਇਨਫੋਰਮੇਸ਼ਨ ਦਾ, ਇਹਦੀ ਸੂਚਨਾ ਦਾ ਬੜੇ ਲੰਮੇ ਉਹ ਜਾ ਸਕਦਾ ਹੈ। ਇਹ ਆਪਸੀ ਭੰਨਾ-ਘੜਤਾ ਨੇ ਜੇਕਰ ਪੁਲਿਸ ਇਜਾਜ਼ਤ ਨਹੀਂ ਦਿੰਦੀ। ਜਿਵੇਂ ਇੱਥੇ ਇਦੋਂ ਪਹਿਲਾਂ ਵੀ ਇੱਕ ਟ੍ਰੇਲਰ ਦੇਖਿਆ ਜਾ ਚੁੱਕਿਆ। ਇਦੋਂ ਪਹਿਲਾਂ ਇੱਥੇ ਖੱਟਰ ਸਰਕਾਰ ਨੇ ਬਾਘਾ ਸੰਭੂ ਬਾਰਡਰ ਤੇ, ਖਨੌਰੀ ਬਾਰਡਰ ਤੇ ਵੱਡੀਆਂ ਵੱਡੀਆਂ ਰੋਕਾਂ ਲਾਤੀਆਂ, ਮਤਲਬ ਉਹ ਕੰਡਿਆਂ ਵਾਲੀਆਂ ਤਾਰਾਂ ਲਾਤੀਆਂ, ਸੰਗਲ ਬੰਨ੍ਹ ਤੇ, ਪਾਣੀ ਵਾਲੀਆਂ ਤੋਪਾਂ, ਅਥਰੂ ਗੈਸ ਵਾਲੇ ਗੋਲੇ, ਇਹ ਸਾਰੇ ਲਿਆਂਦੇ। ਪਰ ਉਹਨਾਂ ਨੇ ਚੱਕ ਕੇ ਪਰਾਂ ਮਾਰੇ 24 ਘੰਟੇ ਦੇ ਅੰਦਰ ਅੰਦਰ। ਉਹ ਵੀ ਕਿਸੇ ਨਾਲ ਲੜਾਈ ਨਹੀਂ ਕੀਤੀ। ਉਸੇ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਲੰਗਰ ਵੀ ਛਕਾਇਆ, ਉਹਨਾਂ ਨੂੰ ਪਾਣੀ ਵੀ ਪਿਲਾਇਆ। ਐਸੀ ਗੱਲ ਨਹੀਂ ਕਿ ਉਹਨਾਂ ਨਾਲ ਗੁੱਸੇ ਵਾਲਾ ਕੋਈ ਮਾਹੌਲ ਹੋਇਆ ਜਾ ਸੀ, ਪਰ ਇੱਕ ਸ਼ਾਂਤਮਈ ਤਰੀਕਾ ਵੀ ਧੱਕ ਕੇ ਲੈ ਗਏ, ਆਪੀ ਰੋਕਾਂ ਹਟਾਤੀਆਂ, ਆਪੀ ਚੀਜ਼ਾਂ ਨੇ।
ਇਹ ਨਾ ਹੋਵੇ। ਕਿਸਾਨਾਂ ਦਾ ਇਹ ਮੰਨਣਾ ਮੇਰੇ ਖਿਆਲ ਹੈ ਕਿ ਕੋਈ ਆਗੂ ਵੀ ਇਹ ਮਹਿਸੂਸ ਕਰਦੇ ਨੇ, ਜੇ ਇਕੱਲਿਆਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਹੁਣ ਸਾਡੇ ਵੀ ਬਸ 'ਚ ਨਹੀਂ ਹੈ, ਜੇ ਅਸੀਂ ਇਹ ਕਹਿ ਵੀ ਦਈਏ ਨਾ ਲੋਕਾਂ ਨੂੰ ਵੀ ਚਲੋ ਆਪਾਂ 26 ਦਾ ਨਹੀਂ ਕਰਦੇ, ਤਾਂ ਜਿਵੇਂ ਉਹ ਬਾਗੀ ਹੋ ਕੇ ਇੱਥੋਂ ਤੋੜ ਕੇ ਬਾਗੇ ਸੀ, ਜਥੇਬੰਦੀਆਂ ਨੇ ਤਾਂ ਇੱਥੇ ਵੀ ਕਿਹਾ ਸੀ ਕਿ ਆਪਾਂ ਜਿੱਥੇ ਰੋਕਣਗੇ ਉੱਥੇ ਬੈਠ ਜਾਣਾ ਹੈ, ਪਰ ਉਹ ਨੌਜਵਾਨ ਤਬਕਾ ਧੱਕ ਕੇ ਲੈ ਗਿਆ ਉੱਥੇ ਤੱਕ ਕਿ ਆਪਾਂ ਜਾ ਰਹੇ ਹਾਂ। ਉਵੇਂ ਹੀ ਫਿਰ ਇਹ ਵੀ ਹੋ ਜਾਊਗਾ ਕਿ ਕਿਸਾਨ ਲੀਡਰਾਂ ਤੋਂ ਆਕੀ ਹੋ ਕੇ ਵੀ ਨੌਜਵਾਨ ਜਿਹੜੇ ਨੇ ਉਹ ਪਰੇਡ ਕਰਨਾ ਚਾਹਣਗੇ। ਇਹ ਜ਼ਿੰਮੇਵਾਰੀ ਜ਼ਿਆਦਾ ਸਰਕਾਰ ਦੀ ਤੇ ਪੁਲਿਸ ਦੀ ਹੈ ਕਿ ਉਹਨੂੰ ਸਲੀਕੇ ਦੇ ਨਾਲ, ਇੱਕ ਤਰੀਕੇ ਦੇ ਨਾਲ, ਉਹਨਾਂ ਦੀ ਟ੍ਰੇਨਿੰਗ ਵੀ ਇਹੀ ਹੁੰਦੀ ਹੈ ਕਿ ਤੁਸੀਂ ਕਿਵੇਂ ਇੱਕ ਸੰਕਟ ਦੇ ਵਿੱਚੋਂ ਚੀਜ਼ਾਂ ਨੂੰ ਸਮੂਥਲੀ ਕੱਢ ਦਿੰਦੇ ਹੋ। ਇਸੇ ਕਰਕੇ ਜੇ ਉਹ ਪਰੇਡ ਹੋ ਜਾਂਦੀ ਹੈ, ਟਰੈਕਟਰ ਪਰੇਡ, ਉਹ ਇਤਿਹਾਸਕ ਵੀ ਹੋਏਗੀ, ਬਹੁਤ ਵੱਡਾ ਉਹਦਾ ਅਸਰ ਵੀ ਪਏਗਾ, ਔਰ ਨਾ ਹੋਣ ਦਾ ਸਵਾਲ ਨਹੀਂ ਤਾਂ ਫਿਰ ਟਕਰਾਅ ਵੱਟਦੇ ਪਿਆ। ਸਰਕਾਰੀ ਧਿਰ ਨੂੰ ਇਹ ਜ਼ਿਆਦਾ ਸੋਚਣਾ ਪਏਗਾ, ਬਲਕਿ ਦਿੱਲੀ ਦੀ ਪੁਲਿਸ ਕਿਉਂਕਿ ਡਾਇਰੈਕਟ ਹੋਮ ਮਿਨਿਸਟਰੀ ਦੇ ਅੰਡਰ ਹੈ, ਕੇਂਦਰ ਦੀ ਸਰਕਾਰ ਦੇ ਅੰਡਰ ਹੈ, ਉਹ ਦਿੱਲੀ ਦੀ ਲੋਕਲ ਸਰਕਾਰ ਦੇ ਅੰਡਰ ਨਹੀਂ ਹੈ। ਇਸ ਲਈ ਇਹ ਮਾਮਲਾ ਸਿੱਧਾ ਕੇਂਦਰ ਸਰਕਾਰ ਨਾਲ ਜੁੜਿਆ ਹੋਇਆ। ਕੇਂਦਰ ਸਰਕਾਰ ਨੂੰ ਇਹਦੇ ਤੇ ਆਪਸਦਾਰੀ ਦੇ ਨਾਲ ਫੈਸਲਾ ਕਰਕੇ ਜਿਹੜਾ ਪੂਰਾ ਰੂਟ ਹੈ ਉਹ ਰੂਟ ਤੈਅ ਕਰਕੇ ਰੂਟ ਦੇ ਵਿੱਚ ਦੀ ਉਹ ਜੇ ਟਰੈਕਟਰ ਜਿਹੜਾ ਪਰੇਡ ਹੋ ਜਾਂਦੀ ਹੈ ਤਾਂ ਇਹ ਇੱਕ ਮਾਮਲਾ ਟਕਰਾਅ ਦਾ ਟਲ ਸਕਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ 26 ਜਨਵਰੀ ਦੇ ਦਬਾਅ ਕਾਰਨ ਕੇਂਦਰ ਸਰਕਾਰ ਥੋੜਾ ਝੁਕੀ, ਤੇ ਜੇ ਉਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਤਾਂ ਕੀ ਕਿਸਾਨ ਅੰਦੋਲਨ ਚੱਲੇਗਾ ਜਾਂ ਨਹੀਂ? ਜੇ ਚੱਲੇਗਾ ਤਾਂ ਕਿੰਨਾ ਕੁ ਲੰਬਾ? ਅਸਲ 'ਚ ਹਾਂ, ਪਹਿਲਾਂ ਕੇਂਦਰ ਸਰਕਾਰ ਨੇ ਇਹੀ ਕਿਹਾ ਕਿ ਜਿਹੜੀ ਮੋਦੀ ਸਰਕਾਰ ਦਾ ਆਪਣਾ ਇੱਕ ਵਿਵਹਾਰ ਹੈ ਲੋਕਾਂ ਨਾਲ, ਉਹ ਝੁਕੀ ਨਹੀਂ ਕਦੇ। ਝੁਕੀ ਇਸ ਕਰਕੇ ਨਹੀਂ ਕਿ ਜੰਮੂ ਕਸ਼ਮੀਰ ਸਟੇਟ ਤੋੜਤੀ ਤਾਂ ਵੀ ਨਹੀਂ ਝੁਕੀ, ਫਿਰ ਨੋਟਬੰਦੀ ਕੀਤੀ, ਲੋਕ 125 ਤੋਂ ਜ਼ਿਆਦਾ ਮਰੇ ਤਾਂ ਵੀ ਕੋਈ ਗੱਲ ਨਹੀਂ ਹੋਈ, ਫਿਰ GST ਤੇ ਰੌਲਾ ਪੈਂਦਾ ਰਿਹਾ, ਫਿਰ NIA, ਫਿਰ UAPA, ਫਿਰ ਨਾਗਰਿਕ ਸੋਧ ਬਿੱਲ, 101 ਦਿਨ ਲੰਮਾ ਸ਼ਾਹੀਨ ਬਾਗ ਦਾ ਅੰਦੋਲਨ ਚੱਲਿਆ ਔਰਤਾਂ ਬੀਬੀਆਂ ਦੀ ਅਗਵਾਈ 'ਚ। ਐਡਾ ਵੱਡਾ ਉਹਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਉਸ ਅੰਦੋਲਨ ਨੇ। ਉਹ ਕਰੋਨਾ ਦੀ ਆੜ 'ਚ ਚਲਾ ਗਿਆ, ਸਰਕਾਰ ਨੇ ਕੋਈ ਗੱਲ ਨਹੀਂ ਕੀਤੀ। ਪਰ ਇਹ ਅੰਦੋਲਨ ਨੇ ਇੱਕ ਹੱਦ ਤੱਕ ਸਰਕਾਰ ਨੂੰ ਪਹਿਲਾਂ ਹੀ ਪਿੱਛੇ ਹਟਾਤਾ। ਸਰਕਾਰ 11 ਗੇੜ ਦੀ ਗੱਲ ਕਰ ਰਹੀ ਹੈ। ਗੱਲ ਕਰਨਾ ਵੀ ਇੱਕ ਪਿੱਛੇ ਹਟਣਾ ਹੁੰਦਾ ਕਿ ਜੇਕਰ ਤੁਸੀਂ ਇਹ ਗੱਲ ਕਰਦੇ ਹੋ। ਫਿਰ ਨਵੀਂ ਤਜਵੀਜ਼ ਵੀ ਆਈ। ਫਿਰ ਪਹਿਲਾਂ ਉਹਨਾਂ ਨੇ ਕਿਹਾ ਕਿ ਕੁਝ ਨਹੀਂ ਅਸੀਂ ਮੰਨਣਾ, ਗੱਲ ਇਹ ਨਹੀਂ ਕਰਨੀ। ਫਿਰ ਉਹ ਕਹਿੰਦੇ ਸੋਧਾਂ ਕਰਾ ਲਓ, ਫਿਰ 12 ਸੋਧਾਂ ਵੀ ਮੰਨੀਆਂ। ਫਿਰ ਉਹ ਕਹਿੰਦੇ ਵੀ ਬਿੱਲ ਵਾਪਸ ਨਹੀਂ, ਫਿਰ ਹੁਣ ਉਹ ਕਹਿੰਦੇ ਸਸਪੈਂਡ ਵੀ ਕਰ ਦਿੰਦੇ ਆ। ਝੁਕਦੀ ਤਾਂ ਉਹ ਆ ਰਹੀ ਹੈ, ਪਰ ਅਜੇ ਇੱਕੋ ਹੀ ਟੈਕਨੀਕਲ ਗੱਲ ਹੈ ਉਹਨਾਂ ਕਿ ਉਹ ਰਿਪੀਲ ਜਾਂ ਵਾਪਸੀ ਜਾਂ ਰੱਦ ਕਰਨ ਤੇ ਨਹੀਂ ਤਿਆਰ ਉਸ ਪੱਧਰ ਦੇ ਉੱਤੇ। ਹਾਂ, 26 ਜਨਵਰੀ ਇੱਕ ਬਹੁਤ ਇੰਪੋਰਟੈਂਟ ਮੌਕਾ ਹੈ। ਸਰਕਾਰ ਤੇ ਦਬਾਅ ਇਹਦਾ ਸ਼ਾਇਦ ਇੱਦਾਂ ਵੱਡਾ, ਪਰ ਮੈਨੂੰ ਲੱਗਦਾ ਕਿ ਇਦੋਂ ਵੀ ਵੱਡਾ ਦਬਾਅ ਜਿਹੜਾ ਹੈ ਉਹ ਇਸ ਲੱਖਾਂ ਦੀ ਤਾਦਾਦ ਵਾਲੇ ਅੰਦੋਲਨ ਦਾ ਸ਼ਾਂਤਮਈ ਰਹਿਣਾ ਤੇ ਬੈਠੇ ਰਹਿਣਾ। ਜਿਹੜੀ ਚੁੱਪ ਖਾਮੋਸ਼ੀ ਦੀ ਆਵਾਜ਼ ਹੁੰਦੀ ਹੈ, ਜਿਹੜੀ ਸ਼ਾਂਤੀ ਦੀ ਆਵਾਜ਼ ਹੁੰਦੀ ਹੈ, ਉਹ ਸ਼ਾਇਦ ਹਥਿਆਰੀ ਤੋਪਾਂ ਨਾਲੋਂ ਜ਼ਿਆਦਾ ਖਤਰਨਾਕ ਵੀ ਹੁੰਦੀ ਹੈ ਤੇ ਜ਼ਿਆਦਾ ਦਮਦਾਰ ਵੀ ਹੁੰਦੀ ਹੈ। ਔਰ ਜੇ ਸਾਡਾ ਵਿਰਸਾ, ਸਾਡਾ ਇਤਿਹਾਸ ਇਹ ਦੱਸਦਾ ਹੈ ਕਿ ਇਹੋ ਜਿਹਾ ਮੋਰਚੇ ਅਸੀਂ ਪਿਛਲੇ 1920 ਤੋਂ ਲੈ ਕੇ 1925 ਤੱਕ ਇਸ ਧਰਤੀ ਤੇ ਦੇਖ ਚੁੱਕੇ ਹਾਂ। ਬ੍ਰਿਟਿਸ਼ਰਜ ਦੇ ਵੇਲੇ ਉਹ ਮੋਰਚੇ ਜਿਹੜੇ 5 ਸਾਲਾਂ 'ਚ ਲੱਗੇ, ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਸੀ, ਜਿਹੜਾ ਚਾਬੀਆਂ ਦਾ ਮੋਰਚਾ ਸੀ, ਜਿਹੜਾ ਨਨਕਾਣਾ ਸਾਹਿਬ ਦਾ ਮੋਰਚਾ ਸੀ, ਜਿਹੜਾ ਜੈਤੋ ਦਾ ਮੋਰਚਾ ਸੀ, ਉਹਨਾਂ ਮੋਰਚਿਆਂ ਦੇ ਵਿੱਚ ਵੀ ਐਸੀ ਖਾਮੋਸ਼ੀ ਨੇ ਦਿੱਲੀ ਦੇ ਮਤਲਬ ਲੰਡਨ ਦੇ ਵਿੱਚ ਬੈਠੇ ਵਾਇਸਰਾਏ ਦਾ ਤਖਤ ਨੂੰ ਵੀ ਮਜਬੂਰ ਕਰਤਾ ਸੀ ਕਿ ਇਹਨਾਂ ਨੂੰ ਚਾਬੀਆਂ ਦੇ ਦਿਓ, ਗੁਰਦੁਆਰੇ ਇਹਨਾਂ ਦੇ ਹਵਾਲੇ ਕਰ ਦਿਓ, ਕੋਈ ਗੱਲ ਨਹੀਂ ਹੈ। ਲੋਕ ਮਰਦੇ ਗਏ, ਡਾਂਗਾ ਖਾਂਦੇ ਰਹੇ, ਵਾਹਿਗੁਰੂ ਕਹਿੰਦੇ ਰਹੇ, ਕੋਈ ਕਿਸੇ ਤੇ ਹੱਥ ਨਹੀਂ ਚੱਕਿਆ, ਕੋਈ ਕਿਸੇ ਤੇ ਗੱਲ ਨਹੀਂ ਕੀਤੀ। ਇਸੇ ਕਰਕੇ ਇਸ ਅੰਦੋਲਨ ਤੇ, ਕਿਉਂਕਿ ਸਰਕਾਰ ਨੂੰ ਲੱਗਦਾ ਕੀ ਹੈ, UN ਦਾ ਸੈਕਟਰੀ ਜਨਰਲ ਬੋਲ ਰਿਹਾ ਕਿ ਐਡਾ ਵੱਡਾ, ਇੰਨੀ ਗਿਣਤੀ 'ਚ ਤੇ ਪੀਸਫੁਲ ਅੰਦੋਲਨ, ਇਹ ਹੱਕ ਹੈ ਲੋਕਾਂ ਦਾ, ਔਰ ਉਹਦੇ ਪੱਖ 'ਚ ਉਹਨੇ ਬੋਲਿਆ। ਟਰੂਡੋ ਨੇ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਬੋਲਿਆ, ਦੁਨੀਆ ਦੇ ਪ੍ਰਧਾਨ ਮੰਤਰੀ, ਦੁਨੀਆ ਦੇ ਪਾਰਲੀਮੈਂਟ, ਬਰਤਾਨੀਆ ਦੇ 100 ਸੰਸਦ ਮੈਂਬਰ ਲਿਖ ਕੇ ਦੇ ਰਹੇ ਨੇ ਕਿ ਇਹ ਗੱਲ ਠੀਕ ਹੈ। ਇਹਦੀ ਤਾਕਤ ਅੰਦੋਲਨ ਦੀ, ਪੀਸਫੁਲ ਔਰ ਡਿਟਰਮੀਨੇਸ਼ਨ, ਐਡੀ ਕੜਕ ਦੀ ਠੰਡ 'ਚ ਬੈਠਣਾ ਬੀਬੀਆਂ ਦਾ, ਬੱਚਿਆਂ ਦਾ, ਬੰਦਿਆਂ ਦਾ। ਤੇ ਅਗਲੀ ਗੱਲ ਇਹ ਹੈ ਕਿ ਇਹਦੇ 'ਚ ਕੋਈ ਫਿਰਕਾ ਪ੍ਰਸਤੀ ਨਹੀਂ ਹੈ। ਉੱਥੇ ਨਿਸ਼ਾਨ ਸਾਹਿਬ ਲੱਗਿਆ, ਉੱਥੇ ਲਾਲ ਝੰਡਾ ਲੱਗਿਆ, ਉੱਥੇ ਹੁੱਕੇ ਵਾਲਾ ਹਰਿਆਣਵੀ ਬੰਦਾ ਬੈਠਾ, ਇੱਕ ਦੂਜੇ ਨਾਲ ਮੁਹੱਬਤ ਬਣ ਰਿਹਾ ਅੰਦੋਲਨ ਹੈ। ਇਹਦੀ ਤਾਕਤ ਉਹਦੇ 'ਚ ਹੈ। 26 ਤੋਂ ਬਾਅਦ ਇੱਕ ਹੋਰ ਗੱਲ ਹੋਣ ਜਾ ਰਹੀ ਹੈ। 29 ਤਰੀਕ ਤੋਂ ਪਾਰਲੀਮੈਂਟ ਸ਼ੁਰੂ ਹੋ ਜਾਣੀ ਹੈ। ਬਜਟ ਸੈਸ਼ਨ ਹੈ, ਘੱਟੋ ਘੱਟ ਮਹੀਨੇ ਦਾ ਬਜਟ ਸੈਸ਼ਨ ਚੱਲਣਾ ਹੈ। ਇਸ ਲਈ ਪਾਰਲੀਮੈਂਟ ਦੇ ਅੰਦਰ ਵੀ ਰੌਲਾ ਪੈਣ ਦੀ ਸੰਭਾਵਨਾ। ਜਿਹੜੀਆਂ ਘੱਟੋ ਘੱਟ ਵਿਰੋਧੀ ਪਾਰਟੀਆਂ ਇੱਥੇ ਖਾਮੋਸ਼ ਨੇ, ਉਹ ਅੰਦਰ ਤਾਂ ਕਹਿਣਗੇ ਨਾ ਕੁਛ। ਜਿਹੜੀ ਰਾਜ ਸਭਾ ਦੇ ਵਿੱਚ 8 MPਆਂ ਨੂੰ ਉਹਨਾਂ ਨੇ ਵੋਟਿੰਗ ਦੀ ਡਿਵੀਜ਼ਨ ਦੀ ਮੰਗ ਕੀਤੀ ਸੀ, ਨਹੀਂ ਜ਼ਬਰਦਸਤੀ ਕੀਤੀ, ਉੱਥੇ ਵੀ ਉਹ ਕੁਝ ਗੱਲ ਕਰਨੀ ਹੈ ਨਾ, ਉਹ ਦਬਾਅ ਵਧੂਗਾ ਸਗੋਂ। ਪਾਰਲੀਮੈਂਟ 'ਚ 1 ਮਹੀਨਾ ਬਹੁਤ ਲੰਮਾ ਸਮਾਂ ਹੁੰਦਾ ਹੈ। ਜਦੋਂ ਰੋਜ਼ ਮੀਡੀਆ ਉੱਥੇ ਤਾਂ ਜਾਂਦਾ ਹੀ ਆ, ਉਹਨੂੰ ਤਾਂ ਘੱਟੋ ਘੱਟ ਨਜ਼ਰਅੰਦਾਜ਼ ਨਹੀਂ ਕਰ ਸਕਦਾ ਕਿ ਇਸ ਤਰੀਕੇ ਦੇ ਨਾਲ ਗੱਲ ਕੀਤੀ ਹੈ। ਇਸ ਕਰਕੇ ਦਬਾਅ ਕੋਈ ਨਾ ਕੋਈ ਦਿਨ ਆਉਂਦਾ, ਉਹਦਾ ਇੱਕ ਦਬਾਅ ਹੁੰਦਾ, ਪਰ ਦਬਾਅ ਕੰਟੀਨਿਊ ਚੱਲ ਰਿਹਾ, ਲਗਾਤਾਰ ਚੱਲ ਰਿਹਾ। ਔਰ ਅਗਲਾ ਮਹੀਨਾ ਤਾਂ ਬਹੁਤ ਸਰਕਾਰ ਲਈ ਚਿੰਤਾਜਨਕ ਹੋਊਗਾ ਹੀ ਹੋਊਗਾ, ਕਿਉਂਕਿ ਪਾਰਲੀਮੈਂਟ ਬਹੁਤ ਵੱਡੀ ਚੀਜ਼ ਹੁੰਦੀ ਹੈ ਜਦੋਂ ਚੱਲ ਰਹੀ ਹੁੰਦੀ ਹੈ। ਇਸੇ ਕਰਕੇ ਪਹਿਲਾਂ ਪਾਰਲੀਮੈਂਟ ਦਾ ਜਿਹੜਾ ਇੱਕ ਸੈਸ਼ਨ ਹੁਣ ਹੋਣਾ ਸੀਗਾ ਪਹਿਲੇ ਮਹੀਨੇ ਦੇ ਵਿੱਚ,
ਦਸੰਬਰ ਦੇ ਵਿੱਚ ਉਹ ਟਾਲਤਾ ਸੀ, ਸਗੋਂ ਉਹ ਕਹਿੰਦੇ ਨਹੀਂ ਕਰੋਨਾ ਹੈ। ਹਾਲਾਂਕਿ ਕਰੋਨਾ ਹੈ ਤਾਂ ਉਦੋਂ ਪਹਿਲਾਂ ਕਿਉਂ ਸੈਸ਼ਨ ਬੁਲਾਇਆ ਸੀ? ਫਿਰ ਜੇ ਸਤੰਬਰ ਦੇ ਵਿੱਚ ਤੁਸੀਂ ਕਰ ਸਕਦੇ ਹੋ ਤਾਂ ਦਸੰਬਰ ਦੇ ਵਿੱਚ ਨਹੀਂ ਕਰ ਸਕਦੇ। ਉਹਦੇ 'ਚ ਸਿੱਧਾ ਅਸਰ ਇਹ ਸੀ ਕਿ ਕਿਸਾਨ ਅੰਦੋਲਨ ਦਾ, ਔਰ ਇਹ ਵੀ ਮੰਨਿਆ ਜਾ ਰਿਹਾ ਕਿ ਜਿਹੜਾ ਕੋਈ ਵੀ ਇੰਟਰਨੈਸ਼ਨਲ ਫਿਗਰ, ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਜਵਾਬ ਦਿੱਤਾ, ਹੋਰ ਕੋਈ ਵੀ ਫਿਗਰ ਐਤਕੀ ਸਾਡੇ ਗਣਤੰਤਰ ਦਿਵਸ ਤੇ ਆਉਣ ਲਈ ਤਿਆਰ ਨਹੀਂ ਹੈ ਸਰਕਾਰ ਦੇ ਜ਼ੋਰ ਦੇ ਬਾਵਜੂਦ। ਇਹ ਇਸ ਅੰਦੋਲਨ ਦਾ ਐਡਾ ਵੱਡਾ ਇੱਕ ਔਰਾ ਬਣਿਆ ਹੋਇਆ ਦੁਨੀਆ ਦੇ ਵਿੱਚ ਕਿ ਨਹੀਂ, ਲੋਕ ਇਸ ਲੈਵਲ ਦੇ ਉੱਤੇ ਲੜ ਰਹੇ ਨੇ। ਇਸੇ ਕਰਕੇ ਇਹ ਅੰਦੋਲਨ ਕੇਵਲ 3 ਕਾਨੂੰਨਾਂ ਤੱਕ ਦਾ ਟੈਕਨੀਕਲ ਅੰਦੋਲਨ ਨਹੀਂ ਬਚਿਆ, ਇਹ ਅੰਦੋਲਨ ਪੂਰੇ ਸਮਾਜਿਕ ਬਰਾਬਰੀ ਦਾ ਅੰਦੋਲਨ ਹੈ। ਉੱਥੇ ਔਰਤ ਨੂੰ ਬਰਾਬਰੀ ਮਿਲਦੀ ਦਿਖਾਈ ਦੇ ਰਹੀ ਹੈ, ਉੱਥੇ ਦਲਿਤ ਸ਼ਾਮਲ ਹੋ ਰਹੇ ਆ, ਉੱਥੇ ਸਟੇਜਾਂ ਮਿਲ ਰਹੀਆਂ ਨੇ, ਉੱਥੇ ਲੀਡਰ ਪੈਦਾ ਹੋ ਰਹੇ ਨੇ ਹਰ ਵਰਗ ਦੇ ਵਿੱਚੋਂ ਆ ਕੇ। ਔਰ ਇਹ ਇੱਕ ਜਾਗਰੂਕਤਾ ਦਾ ਜਿਹੜਾ ਇੱਕ ਅੰਦੋਲਨ ਹੈ ਬਹੁਤ ਵੱਡੇ ਪੱਧਰ ਦੇ ਉੱਤੇ। ਸ਼ਾਇਦ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੋਕ ਇਹ ਕਹਿੰਦੇ ਨੇ ਕਿ ਪਹਿਲਾ ਅੰਦੋਲਨ ਹੈ ਇਹੋ ਜਿਹਾ ਜਿਹੜਾ ਇੰਨੇ ਲੋਕਾਂ ਨੂੰ ਕਲਾਵੇ 'ਚ ਵੀ ਲੈ ਰਿਹਾ ਹੈ, ਇੰਨਾ ਪੀਸਫੁਲ ਵੀ ਹੈ, ਤੇ ਉਹਦਾ ਦਾਇਰਾ ਵੀ ਐਡਾ ਵੱਡਾ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਾਂਦੇ ਨੇ। ਇਸ ਲਈ ਉਹ ਮੇਨ ਕੋਰ ਚੀਜ਼ ਹੈ। ਕਿਸਾਨ ਆਗੂਆਂ ਤੇ ਵੀ ਬਸ 'ਚ ਇਸ ਗੱਲ ਲਈ ਗੱਲ ਨਹੀਂ ਹੈ, ਕਿਉਂਕਿ ਜਥੇਬੰਦੀਆਂ ਦਾ ਜਿੱਡਾ ਦਾਇਰਾ ਹੈ, ਇਹ ਅੰਦੋਲਨ ਉਦੋਂ ਬਹੁਤ ਵੱਡਾ ਹੋ ਚੁੱਕਿਆ ਹੈ। ਔਰ ਲੋਕ ਕਹਿ ਰਹੇ ਨੇ ਹੁਣ ਕਿ ਅਸੀਂ ਜੋ ਕਹਿ ਰਹੇ ਹਾਂ ਉਹ ਕੰਮ ਕਰਨਾ। ਜਥੇਬੰਦੀਆਂ ਵੀ ਇਕਜੁੱਟ ਨੇ, ਇੱਕ ਵੀ ਮਾੜਾ ਮੋਟਾ ਇੱਧਰ ਬਿਆਨ ਦਿੰਦਾ ਤੇ ਆਲੇ ਦਿਨ ਫਲੱਡ ਆ ਜਾਂਦਾ ਸੋਸ਼ਲ ਮੀਡੀਆ ਤੇ, ਮੁੜ ਕੇ ਫਿਰ ਇਕੱਠੇ ਹੋ ਜਾਂਦੇ ਨੇ, ਚਾਹੇ ਮਾਫੀ ਮੰਗ ਕੇ ਹੋਣ ਜੇ ਨੇ। ਉਹਨਾਂ ਤੇ ਵੀ ਐਡਾ ਵੱਡਾ ਦਬਾਅ ਹੈ। ਇਹ ਨਹੀਂ ਹੈ ਗੱਲ, ਸਰਕਾਰ ਨੇ ਟਰਾਈ ਕੀਤੀ ਹੋਣੀ ਹੈ ਜਥੇਬੰਦੀਆਂ 'ਚ ਵੀ, ਚੱਲ 2 ਨੂੰ ਇੱਧਰ ਲੈ ਜਾਓ, 1 ਨੂੰ ਇੱਧਰ ਲੈ ਜਾਓ, ਜੋ ਕਰਦੀ ਹੈ। ਇਹ ਅੰਦੋਲਨ ਦਾ ਦਬਦਬਾ ਹੈ ਕਿ ਜਥੇਬੰਦੀਆਂ ਵੀ ਇਕਜੁੱਟ ਨੇ ਔਰ ਇਕਜੁੱਟ ਰਹਿਣਗੀਆਂ। ਸਰਕਾਰ ਤੇ ਵੀ ਦਬਾਅ ਹੈ ਤੇ ਲੋਕਾਂ ਨੂੰ ਇਹ ਲੱਗਦਾ ਕਿ ਸਾਡਾ ਅੰਦੋਲਨ ਹੈ। ਜਿੰਨਾ ਰਾਸ਼ਨ, ਜਿੰਨੀਆਂ ਚੀਜ਼ਾਂ ਜਾ ਰਹੀਆਂ ਨੇ, ਉੱਥੇ ਕਮਾਈ ਨੂੰ ਪੁੱਛਦੇ ਨੇ ਬੈਠ ਕੇ ਕਿ ਕਿੰਨਾ ਚਿਰ ਚੱਲੂਗਾ, ਕਿੰਨਾ ਚਿਰ, ਦਾਣੇ ਵੀ ਤਾਂ ਮੁੱਕ ਜਾਂਦੇ ਨੇ ਆਫਟਰ ਆਲ, ਤੇ ਬਾਕੀ ਚੀਜ਼ਾਂ ਨੇ। ਉਹ ਕਹਿੰਦੀ ਭਾਈ 550 ਸਾਲ ਤੋਂ ਚੱਲਦਾ ਹੈ ਲੰਗਰ, ਇਹ ਖਤਮ ਤਾਂ ਨਹੀਂ ਹੁੰਦਾ ਕਦੇ। ਬਾਕੀ ਤੁਸੀਂ ਦੇਖ ਲਓ ਕਿੰਨਾ ਚਿਰ ਚੱਲਣਾ ਹੈ। ਹੁਣ ਉਹ ਅੰਦੋਲਨ ਜਿਹੜਾ ਕਹਿੰਦੇ ਨੇ 26 ਜਨਵਰੀ ਤੋਂ ਪਹਿਲਾਂ, ਹੁਣ ਉਹ ਕਹਿੰਦੇ ਨੇ ਵੀ 2024 ਤੱਕ ਤਾਂ ਅਸੀਂ ਚਲਾ ਹੀ ਸਕਦੇ ਹਾਂ, ਜਦ ਤੱਕ ਸਰਕਾਰਾਂ ਹੁਣ ਚੱਲਣਗੀਆਂ, ਜਦ ਤੱਕ ਵੋਟਾਂ ਪੈਣਗੀਆਂ, ਜਦ ਦੇਖ ਲਾਂਗੇ, ਕੋਈ ਗੱਲ ਨਹੀਂ। ਇਹ ਮੋਦੀ ਸਰਕਾਰ ਨੇ ਦੇਖਣਾ ਹੈ। ਮਤਲਬ ਇਹ ਜਿਹੜਾ ਲੋਕਾਂ ਦਾ ਜਜ਼ਬਾਤ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲੀ ਜਜ਼ਬਾਤ ਹੈ। ਇਹ ਸ਼ਾਇਦ ਨਾਰਮਲ ਚੀਜ਼ ਨਹੀਂ, ਇਹ ਨਿਵੇਕਲੀ ਚੀਜ਼ ਹੈ। ਸਰਕਾਰ ਨੂੰ ਵੀ ਇਹਨੂੰ ਨਿਵੇਕਲੇਪਣ ਤੋਂ ਹੀ ਲੈਣਾ ਚਾਹੀਦਾ, ਸਧਾਰਨ ਅੰਦੋਲਨਾਂ ਦੀ ਤਰਜ਼ ਤੇ ਨਹੀਂ ਲੈਣਾ ਚਾਹੀਦਾ। ਇਹਦੇ ਨਾਲ ਨਿਬੇੜਾ ਕਰਨਾ ਚਾਹੀਦਾ, ਨਿਬੇੜਾ ਕਰਕੇ ਉਸ ਤੋਂ ਬਾਅਦ ਤਾਂ ਕਿ ਦੇਸ਼ ਇੱਕ ਠੀਕ ਤਰੀਕੇ ਨਾਲ ਅੱਗੇ ਵੱਧ ਸਕੇ। ਇਹ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਔਰ ਮੈਨੂੰ ਉਮੀਦ ਹੈ ਕਿ 26 ਜਨਵਰੀ ਪੀਸਫੁਲ ਲੰਘ ਜਾਏਗੀ, ਕਿਉਂਕਿ ਅੰਦੋਲਨ ਦੀ ਤਾਸੀਰ ਪੀਸਫੁਲ ਹੈ, ਇਸ ਕਰਕੇ ਲੰਘ ਜਾਏਗੀ। ਜੇ ਸਰਕਾਰ ਦੀ ਤਾਸੀਰ ਵੀ ਪੀਸਫੁਲ ਰਹੇ, ਸਰਕਾਰ ਆਪਣੇ ਹਜੂਮੀ ਹਿੰਸਾ ਦਾ ਜਿਹੜਾ ਦੌਰ ਪਹਿਲਾਂ ਦੇਸ਼ ਦੇ ਵਿੱਚ 5 ਸਾਲ ਚੱਲਿਆ ਉਹ ਤੋਂ ਵਾਪਸ ਆ ਜੇ, ਇੱਥੇ ਸ਼ਾਂਤਮਈ ਰੱਖਣਾ ਚਾਹੇ, ਤਾਂ 26 ਜਨਵਰੀ ਵੀ ਚੰਗੇ ਤਰੀਕੇ ਦੇ ਨਾਲ ਸ਼ਾਂਤਮਈ ਨਿਕਲੂਗੀ। ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਸ਼ੁਕਰੀਆ। ਧੰਨਵਾਦ ਜੀ। ਵੇਲੇ ਦੀ ਗੱਲ ਕਿਸਾਨ ਅੰਦੋਲਨ ਬਾਰੇ ਅੱਜ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਫਿਰ ਨਵੇਂ ਮੁੱਦੇ ਨਾਲ, ਨਵੀਂ ਚਰਚਾ ਨਾਲ ਤੁਹਾਡੇ ਰੂਬਰੂ ਹੋਵਾਂਗੇ। ਧੰਨਵਾਦ।